स्वागत है ਤੁਹਾਡਾ ਸਾਡੇ ਚੈਨਲ ਐਨਕੇ ਪੰਜਾਬੀ ਕਹਾਣੀਆਂ ਤੇ। ਮੈਨੂੰ ਨਹੀਂ ਪਤਾ ਸੀ ਕਿ ਆਪਣੀ ਮੁਹੱਬਤ ਬਚਾਉਣ ਲਈ ਖੁਦ ਆਪਣੇ ਹੱਥੀਂ ਇੱਕ ਸੌਕੜ ਲਿਆਉਣੀ ਪਵੇਗੀ। ਲੋਕ ਆਪਣੇ ਪਿਆਰ ਨੂੰ ਸੱਤ ਪਰਦਿਆਂ 'ਚ ਲੁਕਾ ਕੇ ਰੱਖਣਾ ਚਾਹੁੰਦੇ ਹਨ ਤੇ ਮੇਰੀ ਵੀ ਕੁਝ ਅਜਿਹੀ ਹੀ ਸੋਚ ਸੀ। ਪਰ ਕੀ ਕਰਦੀ, ਜ਼ਿੰਦਗੀ ਇਸ ਮੋੜ ਤੇ ਲੈ ਆਈ ਸੀ। ਆਪਣੇ ਪਤੀ ਲਈ ਇੱਕ ਲੜਕੀ ਦੀ ਲੋੜ ਸੀ। ਲੋਕਾਂ ਨੂੰ ਆਖਦੀ ਤਾਂ ਮਜ਼ਾਕ ਉਡਾਇਆ ਜਾਂਦਾ ਸੀ। ਸਭ ਤੋਂ ਜ਼ਿਆਦਾ ਦੁੱਖ ਮੈਨੂੰ ਆਪਣੀ ਸੱਸ ਦੇ ਚਿਹਰੇ ਤੇ ਗੁੱਸੇ ਵਾਲੀ ਮੁਸਕਰਾਹਟ ਦੇਖ ਕੇ ਹੁੰਦਾ ਸੀ, ਜਦੋਂ ਕਿ ਮੇਰਾ ਪਤੀ ਹੁਣ ਅਕਸਰ ਮੇਰੇ ਨਾਲ ਗੁੱਸੇ ਰਹਿੰਦਾ ਸੀ। ਉਹ ਆਖਦਾ ਸੀ ਕਿ ਮੈਨੂੰ ਤੇਰੇ ਬਿਨਾਂ ਹੋਰ ਕੋਈ ਲੜਕੀ ਆਪਣੀ ਜ਼ਿੰਦਗੀ 'ਚ ਨਹੀਂ ਚਾਹੀਦੀ। ਦੁਨੀਆ ਇੱਧਰੋਂ ਉੱਧਰ ਹੋ ਜਾਵੇ, ਮੈਂ ਬਸ ਤੇਰੇ ਨਾਲ ਹੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਹਾਂ। ਮੈਂ ਦੂਜੇ ਵਿਆਹ ਦਾ ਝੰਜਟ ਨਹੀਂ ਪਾਲਣਾ ਚਾਹੁੰਦਾ। ਜਦੋਂ ਕਿ ਮੈਨੂੰ ਪਤਾ ਸੀ ਇਹ ਸਭ ਨਕਲੀ ਗੱਲਾਂ ਸਨ। ਆਦਮੀ ਨੂੰ ਆਪਣੀ ਖੁਦ ਦੀ ਔਲਾਦ ਹਰ ਹਾਲ 'ਚ ਚਾਹੀਦੀ ਹੁੰਦੀ ਹੈ, ਜਦੋਂ ਕਿ ਮੈਂ ਤਾਂ ਬਾਂਝ ਸੀ। ਇਹ ਖਬਰ ਮੈਨੂੰ ਵਿਆਹ ਤੋਂ 2 ਸਾਲ ਬਾਅਦ ਪਤਾ ਲੱਗੀ ਸੀ। ਉਦੋਂ ਇਸ ਤਰ੍ਹਾਂ ਲੱਗਿਆ ਸੀ ਕਿ ਮੈਂ ਤਬਾਹ ਹੋ ਗਈ ਹਾਂ। ਮੈਂ ਹੱਸਣਾ ਭੁੱਲ ਗਈ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਂ ਆਪਣੀ ਮਾਂ ਨੂੰ ਫੋਨ ਕੀਤਾ। ਉਹਨਾਂ ਦੀ ਆਵਾਜ਼ ਸੁਣ ਮੈਂ ਉੱਚੀ ਉੱਚੀ ਰੋਣ ਲੱਗੀ ਸੀ। ਮਾਂ ਬੋਲੀ, ਕੀ ਗੱਲ ਹੈ ਸੀਮਾ, ਤੂੰ ਕਿਉਂ ਰੋ ਰਹੀ ਹੈ? ਮੈਂ ਆਖਿਆ ਕਿ ਮਾਂ, ਮੈਨੂੰ ਤੁਹਾਡਾ ਸ਼ਰਾਪ ਲੱਗ ਗਿਆ। ਮੈਨੂੰ ਬਦਨਾਮੀ ਤੋਂ ਬਿਨਾਂ ਕੁਝ ਵੀ ਨਹੀਂ ਮਿਲ ਰਿਹਾ। ਮਾਂ ਆਖਣ ਲੱਗੀ, ਮੇਰੀ ਧੀਏ, ਤੇਰੇ ਤੇ ਮਾਲਕ ਦੀ ਕਿਰਪਾ ਰਹੇ। ਕਦੇ ਅਜਿਹਾ ਦਿਨ ਨਾ ਆਵੇ ਜਦੋਂ ਤੈਨੂੰ ਮਾਂ-ਬਾਪ ਦਾ ਸ਼ਰਾਪ ਲੱਗੇ। ਤੂੰ ਮੈਨੂੰ ਦੱਸ ਤਾਂ ਸਹੀ, ਹੋਇਆ ਕੀ ਹੈ? ਮੈਂ ਤੜਫ ਕੇ ਮਾਂ ਨੂੰ ਕਿਹਾ ਕਿ ਮੇਰੇ ਵਿਆਹ ਨੂੰ 2 ਸਾਲ ਹੋ ਗਏ, ਪਰ ਮੇਰੇ ਕੋਈ ਔਲਾਦ ਨਹੀਂ ਹੋਈ। ਅੱਜ ਮੈਂ ਡਾਕਟਰ ਕੋਲ ਗਈ ਸੀ। ਡਾਕਟਰ ਨੇ ਮੈਨੂੰ ਸਾਫ਼-ਸਾਫ਼ ਸ਼ਬਦਾਂ 'ਚ ਆਖ ਦਿੱਤਾ ਕਿ ਤੂੰ ਬਾਂਝ ਹੈ, ਤੂੰ ਮਾਂ ਨਹੀਂ ਬਣ ਸਕਦੀ। ਹੁਣ ਮੈਂ ਕੀ ਕਰਾਂਗੀ, ਕਿੱਥੇ ਜਾਵਾਂਗੀ? ਮੈਨੂੰ ਪੱਕਾ ਯਕੀਨ ਹੈ ਕਿ ਮੇਰੀ ਇਹ ਗੱਲ ਸੁਣ ਕੇ ਮੇਰੀ ਸੱਸ ਮੈਨੂੰ ਮੇਰੇ ਪਤੀ ਤੋਂ ਤਲਾਕ ਦਵਾ ਕੇ ਰਹੇਗੀ। ਮਾਂ ਕੁਝ ਸੋਚਣ ਤੋਂ ਬਾਅਦ ਬੋਲੀ, ਧੀਏ, ਤੂੰ ਫਿਕਰ ਨਾ ਕਰ, ਮਾਲਕ ਸਭ ਠੀਕ ਕਰੇਗਾ। ਜੇਕਰ ਮਾਲਕ ਇੱਕ ਦਰਵਾਜ਼ਾ ਬੰਦ ਕਰਦਾ ਹੈ ਤਾਂ ਕਈ ਦਰਵਾਜ਼ੇ ਖੋਲ ਦਿੰਦਾ ਹੈ। ਤੂੰ ਅਜਿਹਾ ਕਰਕੇ ਆਪਣੇ ਪਤੀ ਦਾ ਦੂਜਾ ਵਿਆਹ ਆਪਣੇ ਹੱਥਾਂ ਨਾਲ ਕਰਵਾ ਦੇ। ਤੇਰਾ ਅਹਿਸਾਨਮੰਦ ਰਹੇਗਾ ਤੇ ਤੈਨੂੰ ਛੱਡਣ ਦਾ ਕਦੇ ਸੋਚੇਗਾ ਵੀ ਨਹੀਂ। ਮਾਂ ਦੀ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਸੀ। ਇਹੀ ਲੱਗਦਾ ਸੀ ਕਿ ਉਹ ਮੇਰੇ ਨਾਲ ਦੁਸ਼ਮਣੀ ਨਿਭਾ ਰਹੀ ਹੈ। ਉਦੋਂ ਮੈਂ ਬੋਲੀ ਕਿ ਮਾਂ, ਮੈਨੂੰ ਤੁਹਾਡੇ ਤੋਂ ਇਸ ਗੱਲ ਦੀ ਬਿਲਕੁਲ ਉਮੀਦ ਨਹੀਂ ਸੀ। ਐਨਾ ਆ ਕੇ ਮੈਂ ਫੋਨ ਕੱਟ ਦਿੱਤਾ ਸੀ। ਮੈਂ ਸਾਰਾ ਦਿਨ ਰੋਂਦੀ ਰਹੀ ਸੀ। ਸ਼ਾਮ ਨੂੰ ਪ੍ਰਦੀਪ ਘਰ ਆਇਆ ਤਾਂ ਮੈਨੂੰ ਦੇਖ ਕੇ ਬੋਲਿਆ ਕਿ ਕੀ ਗੱਲ ਹੈ ਸੀਮਾ, ਤੂੰ ਕਮਰੇ 'ਚ ਇਸ ਤਰ੍ਹਾਂ ਹਨੇਰਾ ਕਿਉਂ ਕੀਤਾ ਹੋਇਆ ਹੈ ਤੇ ਤੂੰ ਰੋ ਕਿਉਂ ਰਹੀ ਹੈ? ਮਾਂ ਨੇ ਕੁਝ ਕਿਹਾ ਹੈ? ਮੈਂ ਨਾ ਸਿਰ ਹਿਲਾ ਦਿੱਤਾ ਤੇ ਰੋਂਦੇ ਹੋਏ ਬੋਲੀ ਕਿ ਪ੍ਰਦੀਪ, ਮੇਰੀ ਕਿਸਮਤ 'ਚ ਹਨੇਰਾ ਲਿਖਿਆ ਗਿਆ ਹੈ। ਮੈਂ ਉੱਜੜ ਗਈ ਹਾਂ। ਮੇਰੀਆਂ ਇਹ ਗੱਲਾਂ ਸੁਣ ਪ੍ਰਦੀਪ ਆਖਣ ਲੱਗਿਆ ਕਿ ਤੂੰ ਪਾਗਲ ਤਾਂ ਨਹੀਂ ਹੋ ਗਈ? ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੀ ਹੈ? ਮੈਂ ਤੇਰਾ ਪਤੀ, ਤੇਰੇ ਕੋਲ ਹਾਂ। ਮੈਂ ਤੈਨੂੰ ਇੰਨਾ ਪਿਆਰ ਸਭ ਕੁਝ ਹੈ, ਫਿਰ ਬੈਠੇ ਬਿਠਾਏ ਤੈਨੂੰ ਕੀ ਹੋ ਗਿਆ ਹੈ? ਮੈਂ ਨਾ ਸਿਰ ਹਿਲਾਇਆ ਤੇ ਬੋਲੀ, ਪ੍ਰਦੀਪ, ਸਾਡੇ ਕੋਲ ਮਾਲਕ ਦਾ ਦਿੱਤਾ ਹੋਇਆ ਸਭ ਕੁਝ ਹੈ। ਤੁਸੀਂ ਇਹ ਗੱਲ ਕਿਵੇਂ ਭੁੱਲ ਸਕਦੇ ਹੋ ਕਿ ਸਾਡੀ ਜ਼ਿੰਦਗੀ ਸਭ ਤੋਂ ਵੱਡੀ ਜੋ ਚੀਜ਼ ਹੈ, ਸਾਡੇ ਵਿਆਹ ਨੂੰ 2 ਸਾਲ ਹੋ ਗਏ ਹਨ, ਸਾਡੇ ਕੋਲ ਕੋਈ ਬੱਚਾ ਨਹੀਂ ਹੈ। ਪ੍ਰਦੀਪ ਨੇ ਮੇਰਾ ਹੱਥ ਫੜ ਲਿਆ ਤੇ ਬੋਲਿਆ ਕਿ ਤੂੰ ਫਿਕਰ ਨਾ ਕਰ, ਮਾਲਕ ਦੀ ਕਿਰਪਾ ਸਾਡੇ ਤੇ ਵੀ ਹੋਵੇਗੀ। ਉਦੋਂ ਮੈਂ ਉੱਚੀ ਉੱਚੀ ਰੋਣ ਲੱਗੀ ਤੇ ਬੋਲੀ ਕਿ ਨਹੀਂ ਪ੍ਰਦੀਪ, ਮਾਲਕ ਸਾਨੂੰ ਭੁੱਲ ਗਿਆ ਹੈ। ਉਹ ਸਾਡੇ ਬੱਚਾ ਨਹੀਂ ਦੇਵੇਗਾ। ਅੱਜ ਮੈਂ ਡਾਕਟਰ ਕੋਲ ਚੈੱਕਅਪ ਲਈ ਗਈ ਸੀ। ਉਸਨੇ ਕਿਹਾ ਕਿ ਤੂੰ ਬਾਂਝ ਹੈ, ਤੂੰ ਸਾਰੀ ਉਮਰ ਬੱਚਾ ਪੈਦਾ ਨਹੀਂ ਕਰ ਸਕਦੀ। ਮੇਰੀ ਗੱਲ ਸੁਣ ਕੇ ਪ੍ਰਦੀਪ ਦੇ ਚਿਹਰੇ ਤੇ ਚਿੰਤਾ ਦੀ ਲਕੀਰ ਆ ਗਈ। ਉਹ ਕਾਫੀ ਸਮਾਂ ਬਿਲਕੁਲ ਚੁੱਪ ਰਿਹਾ। ਮੇਰਾ ਦਿਲ ਦੁਖਣ ਲੱਗਿਆ ਸੀ। ਉਦੋਂ ਪ੍ਰਦੀਪ ਨੇ ਮੇਰਾ ਹੱਥ ਫੜਿਆ ਤੇ ਕਿਹਾ ਕਿ ਕੋਈ ਗੱਲ ਨਹੀਂ, ਮੇਰੇ ਲਈ ਤੂੰ ਹੀ ਕਾਫੀ ਹੈ। ਮੈਂ ਤੇਰੇ ਪਿਆਰ ਦੇ ਸਹਾਰੇ ਆਪਣੀ ਪੂਰੀ ਜ਼ਿੰਦਗੀ ਬਿਤਾ ਸਕਦਾ ਹਾਂ। ਮੈਂ ਬੋਲੀ, ਪ੍ਰਦੀਪ, ਜੇਕਰ ਤੁਹਾਨੂੰ ਕਦੇ ਬੱਚੇ ਦੀ ਲੋੜ ਮਹਿਸੂਸ ਹੋਈ ਤਾਂ ਅਸੀਂ ਕੀ ਕਰਾਂਗੇ? ਪ੍ਰਦੀਪ ਮੁਸਕਰਾਇਆ ਤੇ ਬੋਲਿਆ
ਕਿ ਮੈਨੂੰ ਤੇਰੇ ਤੋਂ ਬਿਨਾਂ ਕੁਝ ਵੀ ਨਹੀਂ ਚਾਹੀਦਾ। ਪ੍ਰਦੀਪ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮੇਰੇ ਦਿਲ ਨੂੰ ਬਹੁਤ ਠੰਡਕ ਪਹੁੰਚੀ ਸੀ। ਮੇਰਾ ਪਤੀ ਮੇਰੇ ਨਾਲ ਸੀ ਤਾਂ ਫਿਰ ਮੈਨੂੰ ਕਿਸ ਗੱਲ ਦਾ ਦੁੱਖ ਸੀ। ਇਹ ਗੱਲ ਹੁਣ ਮੇਰੀ ਸੱਸ ਤੱਕ ਵੀ ਪਹੁੰਚ ਗਈ ਸੀ। ਇੱਕ ਦਿਨ ਸਾਡੇ ਘਰ ਗੁਆਂਢਣ ਆਈ ਤਾਂ ਮੇਰੀ ਸੱਸ ਉਸ ਨੂੰ ਆਖਣ ਲੱਗੀ ਕਿ ਮੈਂ ਬਹੁਤ ਸਾਰੇ ਲੋਕ ਦੇਖੇ ਹਨ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੇ ਦਿਲ ਨੂੰ ਤੋੜਿਆ ਹੈ, ਫਿਰ ਉਹ ਸਾਰੀ ਉਮਰ ਤਰਸਦੇ ਰਹਿ ਜਾਂਦੇ ਹਨ। ਗੁਆਂਢਣ ਆਖਣ ਲੱਗੀ, ਉਹ ਕਿਹੜੇ ਲੋਕ ਹਨ, ਮੈਨੂੰ ਵੀ ਤਾਂ ਦੱਸ। ਤਦ ਮੇਰੀ ਸੱਸ ਬੋਲੀ, ਛੱਡ ਭੈਣ ਅਜਿਹੀਆਂ ਗੱਲਾਂ ਨੂੰ, ਤੂੰ ਬਸ ਮੇਰੇ ਬੇਟੇ ਲਈ ਕੋਈ ਚੰਗਾ ਰਿਸ਼ਤਾ ਲੱਭ ਦੇ। ਮੈਂ ਆਪਣੇ ਬੇਟੇ ਦਾ ਦੂਜਾ ਵਿਆਹ ਕਰਨਾ ਚਾਹੁੰਦੀ ਹਾਂ। ਗੁਆਂਢਣ ਆਖਣ ਲੱਗੀ ਕਿ ਕਿਉਂ, ਤੁਹਾਡੀ ਪਹਿਲੀ ਨੂੰਹ ਨੂੰ ਕੀ ਹੋਇਆ? ਤਦ ਮੇਰੀ ਸੱਸ ਇੱਕਦਮ ਤਿਲ ਮਿਲਾ ਕੇ ਹੱਸ ਕੇ ਬੋਲੀ ਕਿ ਉਹ ਵਿਚਾਰੀ ਬਾਂਝ ਹੈ, ਉਹ ਬੱਚਾ ਪੈਦਾ ਨਹੀਂ ਕਰ ਸਕਦੀ। ਹੁਣ ਅਸੀਂ ਤਾਂ ਆਪਣੀ ਨਸਲ ਵਧਾਉਣੀ ਹੈ, ਮੇਰਾ ਤਾਂ ਇੱਕ ਹੀ ਬੇਟਾ ਹੈ। ਇਹ ਸਾਰੀਆਂ ਗੱਲਾਂ ਸੁਣ ਕੇ ਮੈਂ ਤਾਂ ਬਿਲਕੁਲ ਕੰਬਣ ਲੱਗੀ ਸੀ। ਜਦੋਂ ਪ੍ਰਦੀਪ ਘਰ ਵਾਪਸ ਆਇਆ ਤਾਂ ਮੈਂ ਰੋ ਰੋ ਕੇ ਉਸਨੂੰ ਸਾਰੀ ਗੱਲ ਦੱਸੀ ਸੀ। ਪ੍ਰਦੀਪ ਨੂੰ ਬਹੁਤ ਗੁੱਸਾ ਆਇਆ। ਉਸਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਆਪਣੇ ਨਾਲ ਕਮਰੇ ਚੋਂ ਬਾਹਰ ਲੈ ਗਿਆ। ਉਹ ਮੈਨੂੰ ਆਪਣੀ ਮਾਂ ਦੇ ਬਰਾਬਰ ਖੜਾ ਕਰਕੇ ਬੋਲਿਆ, ਮਾਂ, ਇਹ ਲੜਕੀ ਮੇਰੀ ਪਹਿਲੀ ਤੇ ਆਖਰੀ ਮੁਹੱਬਤ ਹੈ। ਮੈਂ ਇਸ ਤੋਂ ਇਲਾਵਾ ਕਿਸੇ ਨੂੰ ਆਪਣੀ ਜ਼ਿੰਦਗੀ 'ਚ ਨਹੀਂ ਲਿਆ ਸਕਦਾ। ਤੁਸੀਂ ਮੇਰੇ ਲਈ ਲੜਕੀ ਲੱਭਣਾ ਛੱਡ ਦਿਓ। ਜੇਕਰ ਮੇਰੇ ਨਾਲ ਤੁਸੀਂ ਜ਼ਬਰਦਸਤੀ ਕਰੋਗੇ ਤਦ ਵੀ ਮੈਨੂੰ ਇਹ ਦੁਨੀਆ ਦੀ ਹਰ ਲੜਕੀ ਤੋਂ ਜ਼ਿਆਦਾ ਪਿਆਰੀ ਹੋਵੇਗੀ। ਇਸ ਲਈ ਅੱਜ ਤੋਂ ਬਾਅਦ ਤੁਸੀਂ ਮੇਰੇ ਦੂਜੇ ਵਿਆਹ ਬਾਰੇ ਨਾ ਸੋਚਿਓ। ਮੇਰੀ ਸੱਸ ਨੇ ਸਿਰ ਝਟਕਾਇਆ ਤੇ ਆਖਣ ਲੱਗੀ ਕਿ ਮੈਂ ਤਾਂ ਅੱਜ ਤੱਕ ਅਜਿਹਾ ਆਦਮੀ ਨਹੀਂ ਦੇਖਿਆ ਜੋ ਆਪਣੀ ਬਾਂਝ ਪਤਨੀ ਦੇ ਇਸ ਤਰ੍ਹਾਂ ਨਖਰੇ ਉਠਾਉਂਦਾ ਹੋਵੇ। ਸਾਡੇ ਜ਼ਮਾਨੇ 'ਚ ਤਾਂ ਜਦੋਂ ਕਿਸੇ ਨੂੰ ਪਤਾ ਲੱਗਦਾ ਸੀ ਕਿ ਉਸ ਦੀ ਪਤਨੀ 'ਚ ਕੋਈ ਨੁਕਸ ਹੈ ਤਾਂ ਉਹ ਛੇਤੀ ਛੇਤੀ ਤਲਾਕ ਦੇ ਕੇ ਉਸ ਨੂੰ ਘਰੋਂ ਕੱਢ ਦਿੰਦਾ ਸੀ। ਪ੍ਰਦੀਪ ਆਖਣ ਲੱਗਾ ਕਿ ਮਾਂ, ਮੈਂ ਸੀਮਾ ਨਾਲ ਪਿਆਰ ਕਰਦਾ ਹਾਂ। ਇਹ ਪਿਆਰ ਖਤਮ ਨਹੀਂ ਹੋਵੇਗਾ, ਇਸ ਲਈ ਤੁਸੀਂ ਅਜਿਹੀਆਂ ਗੱਲਾਂ ਕਰਕੇ ਮੇਰਾ ਦਿਲ ਨਾ ਦੁਖਾਓ। ਮੇਰੀ ਸੱਸ ਚੁੱਪ ਕਰ ਗਈ ਸੀ। ਜਦੋਂ ਕਿ ਪ੍ਰਦੀਪ ਦੀਆਂ ਗੱਲਾਂ ਸੁਣ ਕੇ ਮੇਰਾ ਖੂਨ ਵੱਧ ਗਿਆ ਸੀ। ਮੈਂ ਬਹੁਤ ਖੁਸ਼ ਹੋ ਗਈ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਮੈਂ 7ਵੇਂ ਅਸਮਾਨ ਤੇ ਉੱਡ ਰਹੀ ਹਾਂ। ਮੈਂ ਆਪਣੇ ਪਤੀ ਨਾਲ ਖੂਬ ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ ਸਨ ਤੇ ਉਹਨਾਂ ਦਾ ਅਹਿਸਾਨ ਮੰਨਿਆ ਸੀ ਕਿ ਉਹ ਮੇਰੇ ਲਈ ਸਾਰਿਆਂ ਨਾਲ ਲੜ ਰਹੇ ਹਨ। ਰਾਤ ਹੋਈ ਤਾਂ ਮੈਂ ਸੋਚਿਆ ਕਿ ਪ੍ਰਦੀਪ ਨੂੰ ਚਾਹ ਬਣਾ ਕੇ ਦੇਵਾਂ। ਜਦ ਮੈਂ ਚਾਹ ਬਣਾਉਣ ਰਸੋਈ 'ਚ ਆਈ ਤਾਂ ਮੇਰੀ ਸੱਸ ਦੇ ਕਮਰੇ 'ਚੋਂ ਆਵਾਜ਼ਾਂ ਆ ਰਹੀਆਂ ਸਨ। ਮੈਂ ਆਪਣਾ ਨਾਂ ਸੁਣ ਕੇ ਹੈਰਾਨ ਰਹਿ ਗਈ ਸੀ। ਮੈਂ ਧਿਆਨ ਨਾਲ ਸੁਣਿਆ ਤਾਂ ਉਹ ਆਪਣੀ ਧੀ ਨਾਲ ਫੋਨ ਤੇ ਗੱਲਾਂ ਕਰਨ ਲੱਗੀ ਹੋਈ ਸੀ। ਉਹ ਆਖ ਰਹੀ ਸੀ ਕਿ ਫਿਕਰ ਨਾ ਕਰ, ਦੇਖੀ ਇਸ ਮਨਹੂਸ ਸੀਮਾ ਦਾ ਪੱਤਾ ਕਿਵੇਂ ਸਾਫ਼ ਕਰਦੀ ਆ। ਅਜੇ ਤਾਂ ਪ੍ਰਦੀਪ ਦੇ ਦਿਮਾਗ ਤੇ ਉਸ ਦੀ ਮੁਹੱਬਤ ਦਾ ਭੂਤ ਸਵਾਰ ਹੈ, ਪਰ ਕੁਝ ਦਿਨ ਬੀਤ ਜਾਣਗੇ ਤਾਂ ਕਿਸੇ ਤਰ੍ਹਾਂ ਲਾਈਨ ਤੇ ਆਉਂਦਾ ਹੈ। ਮੈਂ ਤਾਂ ਉਸ ਦਾ ਦੂਜਾ ਵਿਆਹ ਕਰਵਾ ਕੇ ਹੀ ਰਹਾਂਗੀ। ਤੂੰ ਇੰਜ ਕਰ, ਉਸ ਲਈ ਕੋਈ ਚੰਗੀ ਜਿਹੀ ਲੜਕੀ ਲੱਭਣਾ ਸ਼ੁਰੂ ਕਰ ਦੇ। ਉਦੋਂ ਤੱਕ ਮੈਂ ਪ੍ਰਦੀਪ ਨੂੰ ਖੁਦ ਹੀ ਦੂਜੇ ਵਿਆਹ ਲਈ ਤਿਆਰ ਕਰ ਲਵਾਂਗੀ। ਇਹ ਸਾਰੀਆਂ ਗੱਲਾਂ ਸੁਣ ਕੇ ਮੇਰੇ ਦਿਲ ਤੇ ਬਹੁਤ ਬੋਝ ਪੈ ਗਿਆ ਸੀ। ਅੱਖਾਂ 'ਚੋਂ ਹੰਝੂ ਆ ਗਏ ਤੇ ਮੈਂ ਚਾਹ ਬਣਾਏ ਬਿਨਾਂ ਹੀ ਕਮਰੇ 'ਚ ਆ ਕੇ ਪੈ ਗਈ ਸੀ। ਹੁਣ ਮੇਰੀ ਜ਼ਿੰਦਗੀ ਬਹੁਤ ਬੋਝ ਹੋ ਗਈ ਸੀ। ਹਰ ਸਮੇਂ ਇਹੀ ਡਰ ਲੱਗਿਆ ਰਹਿੰਦਾ ਸੀ ਕਿ ਕਿਤੇ ਪ੍ਰਦੀਪ ਮੈਨੂੰ ਛੱਡ ਨਾ ਦੇ, ਕਿਤੇ ਉਹ ਆਪਣੀ ਮਾਂ ਦੀਆਂ ਗੱਲਾਂ ਚ ਆ ਕੇ ਦੂਜਾ ਵਿਆਹ ਨਾ ਕਰ ਲਵੇ। ਪ੍ਰਦੀਪ ਜਦੋਂ ਵੀ ਕੰਮ ਤੋਂ ਵਾਪਿਸ ਆਉਂਦਾ ਤਾਂ ਮੈਂ ਬਹੁਤ ਗੌਰ ਨਾਲ ਉਸਦਾ ਚਿਹਰਾ ਦੇਖਦੀ ਰਹਿੰਦੀ ਸੀ। ਕਿਤੇ ਉਹ ਗੁੱਸੇ 'ਚ ਤਾਂ ਨਹੀਂ, ਜਾਂ ਕਿਤੇ ਉਹ ਮੇਰੇ ਤੋਂ ਪਰੇਸ਼ਾਨ ਤਾਂ ਨਹੀਂ। ਮੇਰੀ ਤਾਂ ਕੋਈ ਸਹੇਲੀ ਵੀ ਨਹੀਂ ਸੀ ਜਿਸ ਨਾਲ ਮੈਂ ਆਪਣਾ ਦੁੱਖ ਵੰਡ ਸਕਦੀ। ਮੈਨੂੰ ਹੁਣ ਮਾਂ ਦਾ ਹੀ ਖਿਆਲ ਆਉਂਦਾ ਸੀ, ਪਰ ਪਿਛਲੀ ਵਾਰ ਉਹਨਾਂ ਨੇ ਮੈਨੂੰ ਜੋ ਰਾਏ ਦਿੱਤੀ ਸੀ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗੀ ਸੀ। ਇਸ ਲਈ ਉਹਨਾਂ ਨਾਲ ਗੱਲ ਕਰਨਾ ਵੀ ਛੱਡ ਦਿੱਤਾ ਸੀ। ਅੱਜ ਮੇਰਾ ਦਿਲ ਬਹੁਤ ਉਦਾਸ ਸੀ
ਇਸ ਲਈ ਮੈਂ ਮਾਂ ਨੂੰ ਫੋਨ ਮਿਲਾਇਆ ਸੀ। ਮੈਂ ਹੈਲੋ ਕਿਹਾ ਤਾਂ ਮੇਰੀ ਮਾਂ ਰੋਣ ਲੱਗੀ। ਬੋਲੀ ਕਿ ਸੀਮਾ, ਤੂੰ ਇੱਕ ਵਾਰ ਫੋਨ ਕਰਕੇ ਮੇਰੇ ਦਿਲ 'ਚ ਫਿਕਰ ਪਾ ਦਿੱਤਾ ਤੇ ਉਸ ਤੋਂ ਬਾਅਦ ਦੁਬਾਰਾ ਫੋਨ ਨਹੀਂ ਕੀਤਾ। ਮੈਂ ਹਰ ਰੋਜ਼ ਉਡੀਕਦੀ ਰਹਿੰਦੀ ਸੀ ਕਿ ਕਦੋਂ ਤੂੰ ਮੇਰੇ ਨਾਲ ਗੱਲ ਕਰੇਂਗੀ। ਤੂੰ ਤਾਂ ਜਾਣਦੀ ਹੈ ਕਿ ਮੈਨੂੰ ਮੋਬਾਈਲ ਚਲਾਉਣਾ ਨਹੀਂ ਆਉਂਦਾ ਤੇ ਮੈਂ ਤੇਰੇ ਭਰਾਵਾਂ ਨੂੰ ਵੀ ਨਹੀਂ ਆਖ ਸਕਦੀ ਸੀ ਕਿ ਮੇਰੀ ਗੱਲ ਸੀਮਾ ਨਾਲ ਕਰਵਾ ਦਿਓ। ਤੂੰ ਕਿੱਥੇ ਗਾਇਬ ਹੋ ਗਈ ਸੀ? ਕਿ ਮੇਰੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ? ਮੈਨੂੰ ਤਾਂ ਇਸ ਗੱਲ ਦੀ ਖਬਰ ਹੀ ਨਹੀਂ ਸੀ ਕਿ ਮੇਰੀ ਮਾਂ ਮੇਰੇ ਲਈ ਤੜਫ ਰਹੀ ਹੋਵੇਗੀ। ਮੈਂ ਸੁਣਨ ਲੱਗੀ ਤੇ ਬੋਲੀ, ਮਾਂ, ਮੇਰੀ ਜ਼ਿੰਦਗੀ ਪਹਿਲਾਂ ਬਹੁਤ ਵਧੀਆ ਸੀ, ਪਰ ਜਦੋਂ ਤੋਂ ਮੈਨੂੰ ਪਤਾ ਲੱਗਿਆ ਹੈ ਕਿ ਮੈਂ ਬਾਂਝ ਹਾਂ, ਉਦੋਂ ਤੋਂ ਮੇਰੇ ਸਿਰ ਤੇ ਹਰ ਸਮੇਂ ਤਲਵਾਰ ਲਟਕੀ ਰਹਿੰਦੀ ਹੈ। ਮੇਰੀ ਸੱਸ ਨੇ ਮੈਨੂੰ ਕਦੇ ਵੀ ਨਹੀਂ ਅਪਣਾਇਆ ਸੀ। ਹੁਣ ਤਾਂ ਉਸਨੇ ਸਹੁੰ ਖਾ ਲਈ ਹੈ। ਉਹ ਕਦੇ ਵੀ ਕਿਸੇ ਨਾਲ ਵੀ ਮੇਰੇ ਪਤੀ ਦੇ ਰਿਸ਼ਤੇ ਬਾਰੇ ਗੱਲ ਕਰਨ ਲੱਗ ਜਾਂਦੀ ਹੈ, ਕਦੇ ਗਵਾਂਢਣ ਨਾਲ ਤੇ ਕਦੇ ਆਪਣੀ ਧੀ ਨਾਲ। ਕਹਿੰਦੀ ਹੈ ਕਿ ਇਸ ਵਾਰ ਬਹੂ ਆਪਣੀ ਪਸੰਦ ਦੀ ਲੈ ਕੇ ਆਵਾਂਗੀ। ਮਾਂ, ਪ੍ਰਦੀਪ ਬਹੁਤ ਚੰਗਾ ਇਨਸਾਨ ਹੈ। ਉਸਨੇ ਮੇਰਾ ਬਹੁਤ ਸਾਥ ਦਿੱਤਾ ਹੈ। ਉਹ ਤਾਂ ਮੇਰੇ ਲਈ ਆਪਣੀ ਮਾਂ ਨਾਲ ਲੜ ਪੈਂਦਾ ਹੈ, ਪਰ ਹੈ ਤਾਂ ਮਰਦ ਹੀ ਨਾ। ਕਦੋਂ ਤੱਕ ਮੈਨੂੰ ਆਪਣੇ ਦਿਲ ਦੀ ਰਾਣੀ ਬਣਾ ਕੇ ਰੱਖੇਗਾ? ਇੱਕ ਨਾ ਇੱਕ ਦਿਨ ਤਾਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਹੀ ਜਾਵੇਗਾ ਕਿ ਮੈਨੂੰ ਹੁਣ ਦੂਜਾ ਵਿਆਹ ਕਰ ਲੈਣਾ ਚਾਹੀਦਾ ਹੈ। ਮਾਂ ਆਖਣ ਲੱਗੀ ਕਿ ਧੀਏ, ਤੇਰੇ ਦੁੱਖ ਨੂੰ ਮੈਂ ਸਮਝ ਸਕਦੀ ਹਾਂ। ਮੈਨੂੰ ਅਹਿਸਾਸ ਹੈ ਕਿ ਇਸ ਸਮੇਂ ਤੂੰ ਕਿਸ ਦਰਦ ਚੋਂ ਲੰਘ ਰਹੀ ਹੈ। ਇਸ ਲਈ ਤਾਂ ਤੈਨੂੰ ਉਸ ਦਿਨ ਇਸ ਗੱਲ ਦੀ ਸਲਾਹ ਦਿੱਤੀ ਸੀ ਕਿ ਤੂੰ ਪ੍ਰਦੀਪ ਦਾ ਦੂਜਾ ਵਿਆਹ ਕਰਵਾ ਦੇ। ਉਹ ਆਪਣੀ ਕਰੋੜਾਂ ਦੀ ਜਾਇਦਾਦ ਇੰਜ ਹੀ ਛੱਡ ਕੇ ਤਾਂ ਨਹੀਂ ਜਾਵੇਗਾ। ਸਿੱਧੀ ਜਿਹੀ ਗੱਲ ਹੈ, ਉਸ ਨੂੰ ਵਾਰਿਸ ਚਾਹੀਦਾ ਹੈ। ਅੱਜ ਨਹੀਂ ਤਾਂ ਕੱਲ ਦੂਜੇ ਵਿਆਹ ਬਾਰੇ ਸੋਚਣ ਲੱਗੇਗਾ। ਜੇਕਰ ਅਜਿਹੇ 'ਚ ਤੇਰੇ ਪਤੀ ਨੇ ਤੇਰੀ ਸੱਸ ਦੀ ਪਸੰਦ ਦੀ ਕੋਈ ਲੜਕੀ ਨਾਲ ਵਿਆਹ ਕਰ ਲਿਆ ਤਾਂ ਤੇਰੇ ਨਾਲ ਇਸ ਘਰ 'ਚ ਚੰਗਾ ਵਰਤਾਓ ਨਹੀਂ ਹੋਵੇਗਾ। ਮੇਰੀ ਮੰਨੇ ਤਾਂ ਕਿਸੇ ਗਰੀਬ ਘਰ ਦੀ ਘੱਟ ਉਮਰ ਦੀ ਲੜਕੀ ਨਾਲ ਪ੍ਰਦੀਪ ਦਾ ਵਿਆਹ ਕਰਵਾ ਦੇ। ਉਹ ਤੇਰੇ ਤੋਂ ਦਬ ਕੇ ਵੀ ਰਹੇਗੀ ਤੇ ਕਦੇ ਤੇਰੀ ਬਰਾਬਰੀ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰੇਗੀ। ਬੱਚੇ ਉਹ ਜੰਮੇਗੀ, ਪਰ ਉਸਦੀ ਮਾਂ ਤੂੰ ਬਣ ਜਾਵੇਂਗੀ ਤੇ ਫਿਰ ਮੌਕੇ ਦੇਖ ਕੇ ਉਸ ਲੜਕੀ ਨੂੰ ਆਪਣੇ ਘਰੋਂ ਚਲਦਾ ਕਰ ਦੇਵੀਂ। ਮਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਦਾ ਸੀ ਕਿ ਉਹ ਬਿਲਕੁਲ ਠੀਕ ਕਹਿ ਰਹੀ ਹੈ। ਮੈਂ ਆਖਿਆ ਕਿ ਮਾਂ, ਤੁਹਾਡੀ ਨਜ਼ਰ 'ਚ ਕੋਈ ਚੰਗੀ ਲੜਕੀ ਹੋਈ ਤਾਂ ਮੈਨੂੰ ਦੱਸਿਓ। ਮੈਂ ਵੀ ਆਪਣੇ ਵੱਲੋਂ ਲੜਕੀ ਲੱਭਣ ਦੀ ਕੋਸ਼ਿਸ਼ ਕਰਦੀ ਹਾਂ। ਮਾਂ ਆਖਣ ਲੱਗੀ ਕਿ ਗਰੀਬ ਘਰ ਦੀ ਲਾਚਾਰ ਲੜਕੀ ਹੋਵੇ, ਤੂੰ ਆਪਣੇ ਪਤੀ ਲਈ ਲੈ ਕੇ ਆਵੀਂ ਜੋ ਬਿਲਕੁਲ ਸਿੱਧੀ ਸਾਦੀ ਹੋਵੇ। ਅਜਿਹੀ ਭੁੱਲ ਬਿਲਕੁਲ ਨਾ ਕਰੀ ਕਿ ਕਿਤੇ ਤੇਜ਼ ਤਰਾਰ ਲੜਕੀ ਲੈ ਆਵੇਂ, ਫਿਰ ਸਾਰੀ ਜ਼ਿੰਦਗੀ ਹੱਥ ਮਲਦੀ ਰਹਿ ਜਾਵੇਂਗੀ। ਮੈਂ ਬੋਲੀ ਕਿ ਮਾਂ, ਤੁਸੀਂ ਫਿਕਰ ਨਾ ਕਰੋ, ਮੈਂ ਅਜਿਹਾ ਬਿਲਕੁਲ ਨਹੀਂ ਕਰਾਂਗੀ। ਹੁਣ ਮੈਂ ਸੋਚ ਲਿਆ ਕਿ ਪ੍ਰਦੀਪ ਦਾ ਦੂਜਾ ਵਿਆਹ ਕਰਵਾਉਣ ਤੋਂ ਬਿਨਾਂ ਮੇਰਾ ਗੁਜ਼ਾਰਾ ਇਸ ਘਰ 'ਚ ਨਹੀਂ ਸੀ। ਇਸ ਲਈ ਮੈਂ ਘਰ ਵਾਲਿਆਂ ਤੋਂ ਚੋਰੀ ਪ੍ਰਦੀਪ ਲਈ ਲੜਕੀ ਲੱਭਣੀ ਸ਼ੁਰੂ ਕਰ ਦਿੱਤੀ। ਮੇਰਾ ਦਿਲ ਖੂਨ ਦੇ ਹੰਝੂ ਰੋਂਦਾ ਸੀ। ਮੈਂ ਕਿਵੇਂ ਆਪਣੇ ਪਤੀ ਨੂੰ ਆਪਣੇ ਹੀ ਹੱਥਾਂ ਨਾਲ ਕਿਸੇ ਦੂਜੀ ਔਰਤ ਨੂੰ ਸੌਂਪ ਸਕਦੀ ਸੀ? ਫਿਰ ਪਤੀ ਵੀ ਉਹ ਜਿਸ ਲਈ ਮੈਂ ਹਰ ਹੱਦ ਪਾਰ ਕਰ ਦਿੱਤੀ ਸੀ। ਮੈਂ ਪਿੰਡ ਦੀ ਰਹਿਣ ਵਾਲੀ ਸੀ। ਪਿੰਡ ਦੇ ਚੌਧਰੀ ਅਤੇ ਸਰਪੰਚ ਦੀ ਇਕਲੌਤੀ ਧੀ ਸੀ। ਮੇਰਾ ਪਿਤਾ ਤੇ ਮੇਰੇ ਭਰਾ ਮੇਰੇ ਤੇ ਜਾਨ ਵਾਰਦੇ ਸਨ। ਜ਼ਿੰਦਗੀ ਬਹੁਤ ਵਧੀਆ ਸੀ, ਪਰ ਮੈਨੂੰ ਸਿਰਫ ਇੱਕ ਗੱਲ ਦੀ ਕਮੀ ਸੀ। ਉਹ ਇਹ ਕਿ ਮੇਰਾ ਰਿਸ਼ਤਾ ਮੇਰੇ ਪਿਤਾ ਨੇ ਬਚਪਨ 'ਚ ਹੀ ਆਪਣੇ ਦੋਸਤ ਦੇ ਬੇਟੇ ਨਾਲ ਤੈਅ ਕਰ ਦਿੱਤਾ ਸੀ। ਪਿੰਟੂ ਚੌਧਰੀ ਦਾ ਬੇਟਾ ਸੀ। ਉਸਨੇ ਅੱਜ ਤੱਕ ਸਕੂਲ ਦਾ ਮੂੰਹ ਨਹੀਂ ਸੀ ਦੇਖਿਆ ਜਦੋਂ ਕਿ ਮੈਂ 10ਵੀਂ ਪਾਸ ਕੀਤੀ ਹੋਈ ਸੀ। ਉਂਝ ਵੀ ਪਿੰਟੂ ਬਹੁਤ ਹੀ ਅਜੀਬ ਤਰ੍ਹਾਂ ਦਾ ਇਨਸਾਨ ਸੀ, ਬਹੁਤ ਹੀ ਘਮੰਡੀ ਅਤੇ ਨਸ਼ਾ ਵਗੈਰਾ ਵੀ ਕਰਦਾ ਸੀ। ਪੜ੍ਹੇ ਤਾਂ ਮੇਰੇ ਭਰਾ ਵੀ ਨਹੀਂ ਸਨ, ਪਰ ਉਹ ਫਿਰ ਵੀ ਚੰਗੇ ਸਨ ਤੇ ਉਹਨਾਂ ਗੱਲ ਕਰਨ ਦਾ ਢੰਗ ਵੀ ਆਉਂਦਾ ਸੀ। ਮਾਂ ਨੇ ਮੇਰੇ ਭਰਾਵਾਂ ਦਾ
ਪਾਲਣ ਪੋਸ਼ਣ ਬਹੁਤ ਚੰਗੇ ਤਰੀਕੇ ਨਾਲ ਕੀਤਾ ਸੀ, ਜਦੋਂ ਕਿ ਪਿੰਟੂ ਤਾਂ ਅਜਿਹਾ ਸੀ ਜਿਵੇਂ ਉਹ ਖੁਦ ਹੀ ਪਲ ਕੇ ਜਵਾਨ ਹੋ ਗਿਆ ਹੈ। ਉਸ ਨੂੰ ਕਿਸੇ ਨੇ ਚੰਗੇ ਬੁਰੇ ਦੀ ਤਮੀਜ਼ ਤੱਕ ਨਹੀਂ ਸੀ ਸਿਖਾਈ। ਪਿੰਡ ਦੀ ਹਰ ਦੂਜੀ ਲੜਕੀ ਨਾਲ ਉਸ ਦਾ ਚੱਕਰ ਚੱਲਦਾ ਰਹਿੰਦਾ ਸੀ। ਮੈਂ ਤਾਂ ਇੱਥੋਂ ਤੱਕ ਵੀ ਸੁਣਿਆ ਸੀ ਕਿ ਉਹ ਅਕਸਰ ਲੋਕਾਂ ਨੂੰ ਆਖਦਾ ਰਹਿੰਦਾ ਸੀ ਕਿ ਦੇਖਿਓ, ਵਿਆਹ ਤੋਂ ਬਾਅਦ ਮੈਂ ਸੀਮਾ ਨੂੰ ਕਿਵੇਂ ਕੱਸ ਕੇ ਰੱਖਦਾ ਹਾਂ। ਉਸ ਦੀ ਸਾਰੀ ਪੜ੍ਹਾਈ ਲਿਖਾਈ ਨਾ ਭੁਲਾ ਦਿੱਤੀ ਤਾਂ ਮੇਰਾ ਨਾਂ ਪਿੰਟੂ ਨਹੀਂ। ਮੈਨੂੰ ਪਿੰਟੂ ਨਾਲ ਬਹੁਤ ਨਫ਼ਰਤ ਹੋ ਗਈ ਸੀ। ਮਾਂ ਨਾਲ ਵੀ ਮੈਂ ਇਸ ਸੰਬੰਧੀ ਗੱਲਾਂ ਕਰਦੀ ਸੀ। ਉਹ ਬਹੁਤ ਪਰੇਸ਼ਾਨ ਹੋ ਜਾਂਦੇ ਸਨ। ਆਖਣ ਲੱਗੀ ਕਿ ਪਰਮਾਤਮਾ ਤੇਰੀ ਦਾਦੀ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਹ ਤਾਂ ਮਰ ਗਈ, ਪਿੱਛੇ ਤੇਰੇ ਲਈ ਫਾਲਤੂ ਦੇ ਰਿਸ਼ਤੇ ਤੈਅ ਕਰ ਗਈ। ਉਹਨਾਂ ਨੇ ਬਚਪਨ 'ਚ ਹੀ ਮੇਰਾ ਰਿਸ਼ਤਾ ਪਿੰਟੂ ਨਾਲ ਤੈਅ ਕਰਕੇ ਬਹੁਤ ਬੁਰਾ ਕੀਤਾ ਸੀ। ਮਾਂ ਪਿਤਾ ਜੀ ਨਾਲ ਗੱਲ ਕਰਦੀ ਤਾਂ ਉਹ ਆਖਦੇ ਕਿ ਕੋਈ ਗੱਲ ਨਹੀਂ, ਅਜੇ ਪਿੰਟੂ ਬੱਚਾ ਹੈ, ਖੁਦ ਹੀ ਸਮਝ ਜਾਵੇਗਾ। ਖੈਰ ਕੁਝ ਸਾਲ ਬੀਤ ਗਏ। ਮੇਰੇ ਵੱਡੇ ਭਰਾ ਨੇ ਪਿੰਡ 'ਚ ਹਸਪਤਾਲ ਬਣਾਉਣ ਦੀ ਅਪੀਲ ਕੀਤੀ ਹੋਈ ਸੀ। ਉਹਨਾਂ ਦਿਨਾਂ 'ਚ ਇੱਕ ਕਮੇਟੀ ਪਿੰਡ 'ਚ ਆਈ ਸੀ। ਉਹ ਜ਼ਮੀਨ ਵਗੈਰਾ ਦਾ ਨਾਪ ਲੈਣ ਆਈ ਸੀ। ਫਿਰ ਪਿੰਡ 'ਚ ਇੱਕ ਬਹੁਤ ਹੀ ਵੱਡੇ ਹਸਪਤਾਲ ਦੀ ਨੀਂਹ ਰੱਖੀ ਗਈ ਸੀ। ਸ਼ਹਿਰ ਤੋਂ ਬਹੁਤ ਹੀ ਵੱਡੇ ਵੱਡੇ ਲੋਕ ਪਿੰਡ 'ਚ ਕੰਮ ਕਰਨ ਲਈ ਆਏ ਸਨ। ਉਹ ਸਾਰੇ ਸਾਡੇ ਬਾਹਰ ਵਾਲੇ ਘਰ 'ਚ ਠਹਿਰੇ ਸਨ। ਉੱਥੇ ਹੀ ਉਹ ਵਾਪਸ ਚਲੇ ਜਾਂਦੇ ਸਨ। ਪਰ ਇੱਕ ਅਜਿਹਾ ਆਦਮੀ ਸੀ ਜੋ ਵਾਪਸ ਨਹੀਂ ਗਿਆ ਸੀ। ਉਸ ਦਾ ਨਾਂ ਸੀ ਪ੍ਰਦੀਪ। ਉਸ ਨੂੰ ਪਿੰਡ ਦੀ ਹਵਾ ਬਹੁਤ ਚੰਗੀ ਲੱਗੀ ਸੀ, ਇਸ ਲਈ ਉਸਨੇ ਪਿਤਾ ਜੀ ਤੋਂ ਇਜਾਜ਼ਤ ਲੈ ਕੇ ਆਪਣਾ ਕੰਮ 2 ਹਫ਼ਤਿਆਂ ਲਈ ਵਧਾ ਲਿਆ ਸੀ। ਪ੍ਰਦੀਪ ਟਿਕ ਕੇ ਨਹੀਂ ਬੈਠਿਆ ਸੀ। ਉਹ ਹਰ ਸਮੇਂ ਪਿੰਡ ਦੀ ਸੈਰ ਤੇ ਰਹਿੰਦਾ। ਇੱਕ ਦਿਨ ਮੈਂ ਆਪਣੀਆਂ ਸਹੇਲੀਆਂ ਨਾਲ ਖੇਤਾਂ ਦੀ ਸੈਰ ਕਰਨ ਨਿਕਲੀ ਸੀ ਤਾਂ ਮੇਰੀ ਨਜ਼ਰ ਪ੍ਰਦੀਪ ਤੇ ਪਈ ਸੀ। ਉਹ ਤਾਂ ਜਿਵੇਂ ਰੁਕ ਜਿਹਾ ਗਿਆ ਸੀ। ਉਹ ਮੇਰੇ 'ਚ ਗੁਆਚ ਗਿਆ ਸੀ ਤੇ ਮੈਂ ਉਸ 'ਚ। ਇਸ ਤੋਂ ਬਾਅਦ ਚੋਰੀ ਚੋਰੀ ਪ੍ਰਦੀਪ ਨੂੰ ਮਿਲਣ ਆਉਂਦੀ ਸੀ। ਇੱਕ ਵਾਰ ਉਸ ਨੂੰ ਮਿਲਣ ਗਈ ਤਾਂ ਉਸਨੇ ਮੈਨੂੰ ਆਪਣਾ ਮੋਬਾਈਲ ਨੰਬਰ ਦੇ ਦਿੱਤਾ। ਮੈਂ ਮਾਂ ਦੇ ਫੋਨ ਤੋਂ ਉਸ ਨਾਲ ਗੱਲ ਕਰਦੀ ਸੀ। ਸਾਡੇ ਦੋਵਾਂ ਦਾ ਪਿਆਰ ਪਰਵਾਨ ਚਾੜਨ ਲੱਗਿਆ ਸੀ। ਉਹ ਆਖਣ ਲੱਗਿਆ ਕਿ ਮੈਂ ਤੈਨੂੰ ਆਪਣੀ ਜ਼ਿੰਦਗੀ 'ਚ ਲਿਆਉਣਾ ਚਾਹੁੰਦਾ ਹਾਂ ਤਾਂ ਮੈਂ ਉਸ ਨੂੰ ਪਿੰਟੂ ਬਾਰੇ ਸਭ ਕੁਝ ਦੱਸ ਦਿੱਤਾ। ਉਹ ਮੇਰੀ ਗੱਲ ਸੁਣ ਬਹੁਤ ਹੈਰਾਨ ਹੋਇਆ। ਮੈਂ ਉਸ ਨੂੰ ਕਿਹਾ ਕਿ ਤੁਸੀਂ ਮੇਰਾ ਰਿਸ਼ਤਾ ਲੈ ਕੇ ਆਓ, ਕੀ ਪਤਾ ਪਿਤਾ ਜੀ ਮੇਰੇ ਤੇ ਤਰਸ ਹੀ ਖਾ ਲੈਣ। ਪ੍ਰਦੀਪ ਨੇ ਹਾਮੀ ਭਰੀ ਸੀ। ਉਹ ਵਾਪਸ ਸ਼ਹਿਰ ਚਲਾ ਗਿਆ ਸੀ ਤੇ ਪੂਰੇ 1 ਹਫ਼ਤੇ ਬਾਅਦ ਆਪਣੀ ਭੈਣ ਤੇ ਮਾਂ ਨੂੰ ਨਾਲ ਲੈ ਕੇ ਆਇਆ ਸੀ। ਉਸਨੇ ਮੇਰਾ ਰਿਸ਼ਤਾ ਮੰਗਿਆ ਸੀ, ਪਰ ਮੇਰੇ ਪਿਤਾ ਜੀ ਨੇ ਇਹ ਆਖ ਕੇ ਮਨਾ ਕਰ ਦਿੱਤਾ ਕਿ ਸਾਡੀ ਬੇਟੀ ਦਾ ਰਿਸ਼ਤਾ ਪਹਿਲਾਂ ਤੋਂ ਤੈਅ ਹੋ ਗਿਆ ਹੈ, ਨਹੀਂ ਤਾਂ ਮੈਂ ਜ਼ਰੂਰ ਤੁਹਾਨੂੰ ਕਦੇ ਖਾਲੀ ਨਾ ਜਾਣ ਦਿੰਦਾ। ਮੇਰਾ ਦਿਲ ਇਹ ਫੈਸਲਾ ਸੁਣ ਕੇ ਬਹੁਤ ਦੁਖੀ ਸੀ। ਇੱਕ ਪਾਸੇ ਪ੍ਰਦੀਪ ਵਰਗਾ ਚੰਗਾ ਆਦਮੀ, ਪਿਆਰ ਕਰਨ ਵਾਲਾ, ਤੇ ਦੂਜੇ ਪਾਸੇ ਪਿੰਟੂ ਵਰਗਾ ਘਟੀਆ ਆਦਮੀ। ਮੈਂ ਹਰ ਸਮੇਂ ਰੋਂਦੀ ਰਹਿੰਦੀ ਸੀ। ਮੇਰੀ ਭਾਬੀ ਤੇ ਮਾਂ ਮੇਰਾ ਦਿਲ ਰੱਖਣ ਦੀ ਕੋਸ਼ਿਸ਼ ਕਰਦੇ ਸਨ। ਇੱਕ ਦਿਨ ਮੈਂ ਪਿਤਾ ਜੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਮੈਂ ਪਿੰਟੂ ਨਾਲ ਵਿਆਹ ਨਹੀਂ ਕਰ ਸਕਦੀ। ਤੁਸੀਂ ਚਾਹੇ ਕਿਸੇ ਲੂਲੇ ਲੰਗੜੇ ਨਾਲ ਵਿਆਹ ਕਰ ਦਿਓ, ਮੈਂ ਮਨਾ ਨਹੀਂ ਕਰਾਂਗੀ। ਪਿਤਾ ਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਬੋਲੇ ਕਿ ਧੀਏ, ਮੈਂ ਆਪਣੀ ਮਰੀ ਮਾਂ ਦੀ ਆਖਰੀ ਇੱਛਾ ਨੂੰ ਤੋੜ ਨਹੀਂ ਸਕਦਾ। ਉਹਨਾਂ ਦੀ ਗੱਲ ਸੁਣ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਸਨ। ਮੈਂ ਕਿਹਾ ਕਿ ਮਰਨ ਵਾਲਿਆਂ ਦੇ ਪਿੱਛੇ ਮੈਨੂੰ ਜਿਉਂਦੇ ਜੀ ਨੂੰ ਕਿਉਂ ਮਾਰਦੇ ਹੋ। ਮੇਰੀ ਗੱਲ ਸੁਣੋ, ਕਮਰੇ 'ਚੋਂ ਬਾਹਰ ਚਲੇ ਗਏ। ਮੈਂ ਪ੍ਰਦੀਪ ਨੂੰ ਫੋਨ ਕੀਤਾ ਸੀ। ਮੈਂ ਬਹੁਤ ਜ਼ਿਆਦਾ ਰੋ ਰਹੀ ਸੀ। ਉਹ ਆਖਣ ਲੱਗਿਆ ਕਿ ਤੂੰ ਫਿਕਰ ਨਾ ਕਰ ਸੀਮਾ, ਮੈਂ ਤੈਨੂੰ ਇਸ ਤਰ੍ਹਾਂ ਬਰਬਾਦ ਹੋਣ ਨਹੀਂ ਦੇਵਾਂਗਾ। ਮੈਂ ਤੈਨੂੰ ਲੈਣ ਆ ਰਿਹਾ ਹਾਂ। ਤੇ ਫਿਰ ਪ੍ਰਦੀਪ ਰਾਤ ਨੂੰ ਮੈਨੂੰ ਲੈਣ ਆਇਆ। ਮੈਂ ਵੀ ਉਸ ਨਾਲ ਚਲੀ ਗਈ ਸੀ। ਮੈਨੂੰ ਪਤਾ ਸੀ ਕਿ ਮੇਰੇ ਇਸ ਫੈਸਲੇ ਨਾਲ ਮੇਰੇ ਪਿਤਾ ਜੀ ਦੀ ਬਹੁਤ ਬਦਨਾਮੀ ਹੋਵੇਗੀ। ਮੈਂ ਮਜਬੂਰ ਸੀ। ਮੈਂ ਪ੍ਰਦੀਪ ਨੂੰ ਗਵਾਉਣਾ ਨਹੀਂ ਸੀ ਚਾਹੁੰਦੀ। ਖੈਰ ਅਸੀਂ ਦੋਵੇਂ ਸ਼ਹਿਰ ਪਹੁੰਚ ਗਏ ਸੀ।
ਪ੍ਰਦੀਪ ਨੇ ਮੇਰੇ ਨਾਲ ਮੰਦਰ 'ਚ ਵਿਆਹ ਕਰ ਲਿਆ ਸੀ, ਮੈਨੂੰ ਆਪਣੇ ਘਰ ਲੈ ਗਿਆ। ਪਰ ਜਦੋਂ ਉਸਦੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਅਸੀਂ ਭੱਜ ਕੇ ਵਿਆਹ ਕੀਤਾ ਹੈ ਤਾਂ ਉਸਨੇ ਮੇਰੇ ਨਾਲ ਬਹੁਤ ਝਗੜਾ ਕੀਤਾ ਸੀ। ਉਹ ਆਖਣ ਲੱਗੀ ਕਿ ਬੇਟਾ, ਤੂੰ ਪਿੰਡ ਦੇ ਚੌਧਰੀ ਦਾ ਮੁਕਾਬਲਾ ਨਹੀਂ ਕਰ ਸਕਦਾ। ਮੈਨੂੰ ਡਰ ਹੈ ਕਿ ਉਹ ਤੈਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ। ਪ੍ਰਦੀਪ ਇੱਕ ਕਰੋੜਪਤੀ ਪਿਤਾ ਦੀ ਔਲਾਦ ਸੀ। ਉਹ ਆਪਣਾ ਬਿਜ਼ਨਸ ਸੰਭਾਲਦਾ ਸੀ। ਮੇਰੀ ਸੱਸ ਥੋੜੀ ਵੱਖਰੀ ਤਰ੍ਹਾਂ ਦੀ ਸੀ। ਉਹ ਘਰੋਂ ਭੱਜੀ ਲੜਕੀ ਨੂੰ ਬਹੁਤ ਸਵੀਕਾਰ ਕਰਨ ਨੂੰ ਬਿਲਕੁਲ ਤਿਆਰ ਨਹੀਂ ਸੀ। ਉਸਨੇ ਮੇਰੇ ਤੇ ਪ੍ਰਦੀਪ ਦਰਮਿਆਨ ਫੁੱਟ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਪ੍ਰਦੀਪ ਬਹੁਤ ਹੀ ਚੰਗਾ ਇਨਸਾਨ ਸਾਬਤ ਹੋਇਆ ਸੀ। ਉਸਨੇ ਮੇਰਾ ਬਹੁਤ ਖਿਆਲ ਰੱਖਿਆ ਸੀ। ਜ਼ਿੰਦਗੀ ਦੇ ਹਰ ਮੋੜ ਤੇ ਮੈਨੂੰ ਇੱਜ਼ਤ ਤੇ ਮਾਨ ਸਨਮਾਨ ਦਿੱਤਾ ਸੀ। ਇਹ ਵੀ ਮਾਲਿਕ ਦੀ ਕਿਰਪਾ ਸੀ ਕਿ ਘਰੋਂ ਭੱਜਣ ਤੋਂ ਬਾਅਦ ਮੇਰੇ ਭਰਾਵਾਂ ਤੇ ਪਿਤਾ ਨੇ ਮੇਰਾ ਪਿੱਛਾ ਨਹੀਂ ਕੀਤਾ ਸੀ, ਨਹੀਂ ਤਾਂ ਜ਼ਿੰਦਗੀ ਹੋਰ ਵੀ ਔਖੀ ਹੋ ਜਾਂਦੀ। ਪਰ ਜ਼ਿੰਦਗੀ ਤਾਂ ਹੁਣ ਵੀ ਬੇਹਾਲ ਸੀ, ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਮੈਂ ਬੱਚਾ ਪੈਦਾ ਨਹੀਂ ਕਰ ਸਕਦੀ। ਮੈਨੂੰ ਇਹੀ ਖਿਆਲ ਆਉਂਦਾ ਸੀ ਕਿ ਮੇਰੇ ਨਾਲ ਇਹ ਸਭ ਮੇਰੇ ਪਿਤਾ ਦੀ ਹਾਏ ਲੱਗਣ ਕਾਰਨ ਹੋਇਆ ਹੈ। ਇਸ ਲਈ ਮੈਂ ਮਾਂ ਨੂੰ ਫੋਨ ਕੀਤਾ ਸੀ। ਮਾਂ ਨਾਲ ਗੱਲ ਕਰਕੇ ਮੇਰਾ ਦਿਲ ਬਹੁਤ ਹਲਕਾ ਹੋ ਜਾਂਦਾ ਸੀ। ਉਹ ਮੇਰੀ ਮਾਂ ਸੀ, ਉਹਨਾਂ ਦਾ ਦਿਲ ਮੇਰੇ ਲਈ ਤੜਫਦਾ ਸੀ। ਖੈਰ, ਹੁਣ ਮੈਂ ਆਪਣੇ ਪਤੀ ਲਈ ਦੂਜੀ ਪਤਨੀ ਲੱਭਣਾ ਸ਼ੁਰੂ ਕਰ ਦਿੱਤਾ ਸੀ। ਹਾਲਾਤ ਜਿਹੋ ਜਿਹੇ ਵੀ ਸਨ, ਮੈਂ ਆਪਣੀ ਸੱਸ ਦੇ ਸਾਹਮਣੇ ਹਾਰ ਨਹੀਂ ਮੰਨ ਸਕਦੀ ਸੀ। ਆਖਰ ਮੇਰੀਆਂ ਰਗਾਂ 'ਚ ਵੀ ਤਾਂ ਚੌਧਰੀਆਂ ਦਾ ਹੀ ਖੂਨ ਸੀ। ਮੈਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਬਰਬਾਦ ਹੋਣ ਨਹੀਂ ਦੇਣਾ ਚਾਹੁੰਦੀ ਸੀ। ਇਸ ਲਈ ਮੈਂ ਸੱਸ ਤੋਂ ਚੋਰੀ ਮੁਹੱਲੇ ਦੀ ਇੱਕ ਔਰਤ ਨੂੰ ਕੁਝ ਪੈਸੇ ਦੇ ਕੇ ਆਪਣੇ ਨਾਲ ਮਿਲਾ ਲਿਆ ਸੀ। ਮੈਂ ਉਸਨੂੰ ਕਿਹਾ ਕਿ ਤੂੰ ਮੈਨੂੰ ਕਿਸੇ ਮਜਬੂਰ ਤੇ ਲਾਚਾਰ ਲੜਕੀ ਦਾ ਰਿਸ਼ਤਾ ਲੱਭ ਕੇ ਦੇ, ਤੇ ਇਸ ਗੱਲ ਦੀ ਖਬਰ ਕਿਸੇ ਨੂੰ ਵੀ ਨਹੀਂ ਲੱਗਣੀ ਚਾਹੀਦੀ। ਰਾਧਾ ਆਂਟੀ ਮੰਨ ਗਈ ਸੀ। ਉਂਝ ਵੀ ਰਾਧਾ ਆਂਟੀ ਵਿਧਵਾ ਸੀ ਤੇ ਉਸਦੇ ਅੱਗੇ ਪਿੱਛੇ ਵੀ ਕੋਈ ਨਹੀਂ ਸੀ। ਥੋੜੇ ਦਿਨਾਂ ਤੱਕ ਉਹ ਬਹੁਤ ਖੂਫੀਆ ਤਰੀਕੇ ਨਾਲ ਮੈਨੂੰ ਆਪਣੇ ਘਰੇ ਬੁਲਾਉਂਦੀ ਸੀ। ਉਸਨੇ ਮੇਰੇ ਸਾਹਮਣੇ ਲੜਕੀ ਦੀ ਤਸਵੀਰ ਰੱਖ ਦਿੱਤੀ ਸੀ। ਮੈਂ ਤਾਂ ਉਸਦਾ ਹੁਸਨ ਦੇਖ ਕੇ ਹੀ ਦੰਗ ਰਹਿ ਗਈ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਉਹ ਚੰਦ ਦਾ ਟੁਕੜਾ ਹੈ। ਰਾਧਾ ਆਂਟੀ ਆਖਣ ਲੱਗੀ ਕਿ ਇਹ ਲੜਕੀ ਬੇਸਹਾਰਾ ਹੈ ਤੇ ਇਸ ਨੂੰ ਸਹਾਰੇ ਲਈ ਮਦਦ ਚਾਹੀਦੀ ਹੈ। ਇਹ ਆਪਣੇ ਚਾਚੇ ਦੇ ਘਰੇ ਰਹਿੰਦੀ ਹੈ। ਇਸ ਦੇ ਮਾਤਾ ਪਿਤਾ ਮਰ ਚੁੱਕੇ ਹਨ, ਪਰ ਹੁਣ ਉਸਦੇ ਚਾਚੇ ਦਾ ਬੇਟਾ ਇਸ ਨੂੰ ਦੇਖਣਾ ਨਹੀਂ ਚਾਹੁੰਦਾ। ਇਸ ਲਈ ਉਸਦਾ ਚਾਚਾ ਚਾਹੁੰਦਾ ਹੈ ਕਿ ਇਸ ਦੀ ਛੇਤੀ ਤੋਂ ਛੇਤੀ ਆਪਣੇ ਘਰ ਚਲੀ ਜਾਵੇ ਤਾਂ ਕਿ ਉਸਦੀ ਜਾਨ ਇਸ ਘਰੋਂ ਛੁੱਟ ਜਾਵੇ। ਮੈਂ ਕਦੇ ਵੀ ਆਪਣੇ ਪਤੀ ਦਾ ਵਿਆਹ ਇਸ ਨਾਲ ਨਹੀਂ ਕਰਾਂਗੀ। ਉਸਦਾ ਹੁਸਨ ਤਾਂ ਦੇਖੋ। ਮੇਰਾ ਪਤੀ ਤਾਂ ਇਸ ਦੇ ਇਸ਼ਕ 'ਚ ਪਾਗਲ ਹੋ ਜਾਵੇਗਾ। ਤੁਸੀਂ ਕੋਈ ਹੋਰ ਲੜਕੀ ਲੱਭੋ। ਰਾਧਾ ਆਂਟੀ ਆਖਣ ਲੱਗੀ, ਧੀਏ, ਇਹ ਰਿਸ਼ਤਾ ਬਹੁਤ ਚੰਗਾ ਹੈ, ਇਸ ਨੂੰ ਹੱਥੋਂ ਨਾ ਜਾਣ ਦੇ। ਇਹ ਬਹੁਤ ਸਿੱਧੀ ਸਾਦੀ ਲੜਕੀ ਹੈ, ਤੇਰੇ ਸਾਹਮਣੇ ਦਬ ਕੇ ਰਹੇਗੀ। ਮੇਰਾ ਜੀ ਤਾਂ ਨਹੀਂ ਮੰਨਦਾ ਸੀ, ਪਰ ਮੈਂ ਕੋਈ ਹੋਰ ਰਿਸ਼ਤਾ ਵੀ ਲੱਭਣ ਤੋਂ ਮੁਹਤਾਜ ਸੀ। ਇਸ ਲਈ ਸ਼ੀਲਾ ਦਾ ਰਿਸ਼ਤਾ ਸਵੀਕਾਰ ਕਰ ਲਿਆ ਸੀ। ਮੈਂ ਤਸਵੀਰ ਲੈ ਕੇ ਘਰ ਪਹੁੰਚੀ ਤਾਂ ਬਹੁਤ ਅਜੀਬ ਜਿਹਾ ਦ੍ਰਿਸ਼ ਮੈਨੂੰ ਦੇਖਣ ਨੂੰ ਮਿਲਿਆ। ਮੇਰਾ ਪਤੀ ਇੱਕ ਸੋਫੇ ਤੇ ਬੈਠਾ ਸੀ, ਜਦੋਂ ਕਿ ਮੇਰੀ ਸੱਸ ਤੇ ਨਨਾਣ ਉਸ ਦੇ ਸਾਹਮਣੇ ਬੈਠੀਆਂ ਸਨ। ਮੇਰੀ ਨਨਾਣ ਬੋਲੀ, ਵੀਰੇ, ਤੁਸੀਂ ਇੱਕ ਬਾਂਝ ਲੜਕੀ ਨਾਲ ਜ਼ਿੰਦਗੀ ਕਿਉਂ ਬਿਤਾਉਣਾ ਚਾਹੁੰਦੇ ਹੋ? ਮੇਰੀ ਮੰਨੋ ਤਾਂ ਦੂਜਾ ਵਿਆਹ ਕਰ ਲਓ। ਮੈਂ ਤੇ ਮਾਂ ਨੇ ਮਿਲ ਕੇ ਤੁਹਾਡੇ ਲਈ ਬਹੁਤ ਹੀ ਸੋਹਣੀ ਲੜਕੀ ਲੱਭੀ ਹੈ। ਤੁਸੀਂ ਬਹੁਤ ਖੁਸ਼ ਰਹੋਗੇ ਉਸ ਦੇ ਨਾਲ। ਪ੍ਰਦੀਪ ਬੋਲਿਆ, ਤੁਸੀਂ ਦੋਵੇਂ ਹੁਣ ਬਸ ਕਰੋ। ਮੈਂ ਪਸੰਦ ਦਾ ਵਿਆਹ ਕਰ ਰੱਖਿਆ ਹੈ। ਕੋਈ ਐਨਾ ਬੁਰਾ ਜ਼ੁਰਮ ਨਹੀਂ ਕੀਤਾ ਕਿ ਤੁਸੀਂ ਮੈਨੂੰ ਹਰ ਸਮੇਂ ਵਿਆਹ ਲਈ ਕੋਸਦੇ ਰਹਿੰਦੇ ਹੋ। ਮੈਂ ਤੁਹਾਨੂੰ ਆਖ ਦਿੱਤਾ ਤਾਂ ਆਖ ਦਿੱਤਾ। ਸੀਮਾ ਤੋਂ ਇਲਾਵਾ ਕਿਸੇ ਨੂੰ ਸਵੀਕਾਰ ਨਹੀਂ ਕਰਾਂਗਾ। ਉਹ ਮੇਰੀ ਪਤਨੀ ਹੈ ਤੇ ਮਰਦੇ ਦਮ ਤੱਕ ਉਹੀ ਰਹੇਗੀ। ਉਹਨਾਂ ਦੀ ਗੱਲ ਤੋਂ ਬਾਅਦ ਮੈਂ ਹਿੰਮਤ ਕਰਕੇ ਅੱਗੇ ਵਧੀ ਤਾਂ ਮੇਰੀ ਸੱਸ ਤੇ ਨਨਾਣ ਦੀ ਨਜ਼ਰ ਮੇਰੇ ਤੇ ਪਈ ਸੀ। ਉਹ ਬਹੁਤ ਜ਼ਿਆਦਾ ਘਬਰਾ ਗਈਆਂ ਸਨ। ਮੈਂ ਉਹਨਾਂ ਦੇ ਪੈਰੀ ਹੱਥ ਲਾਏ ਤੇ ਆਪਣੇ ਕਮਰੇ 'ਚ ਚਲੀ ਗਈ।
थोड़ी देर बाद प्रदीप भी मेरे मगर ही आ गया। वो आखन लग्या कि सीमा तू माँ ते भैन दियां गल्लां दिल ते ना लाई। मैं बोली कि प्रदीप तुसी दूजा विआह कर लो। ये सुन प्रदीप हैरान रह गया। वो आखन लगा कि मैं अजिहा बिल्कुल नहीं कर सकता। मैं बोली कि प्रदीप ਤੁਹਾਨੂੰ ਦੂਜੇ ਵਿਆਹ ਦੀ ਇਜਾਜ਼ਤ ਦਿੰਦੀ ਹਾਂ, ਪਰ ਤੁਸੀਂ ਮੇਰੀ ਪਸੰਦ ਦੀ ਲੜਕੀ ਨਾਲ ਹੀ ਵਿਆਹ ਕਰੋਗੇ, ਆਪਣੀ ਮਾਂ ਦੀ ਪਸੰਦ ਦੀ ਲੜਕੀ ਨਾਲ ਨਹੀਂ। ਪਰ ਪ੍ਰਦੀਪ ਨਾ ਹੀ ਕਰਦਾ ਰਿਹਾ। ਮੈਂ ਆਖਿਆ ਕਿ ਪ੍ਰਦੀਪ ਮੈਨੂੰ ਵੀ ਔਲਾਦ ਦੀ ਇੱਛਾ ਹੈ, ਤੁਹਾਡਾ ਵਿਆਹ ਹੋ ਜਾਵੇਗਾ ਤਾਂ ਸਾਡੇ ਘਰ ਬੱਚਾ ਆ ਜਾਵੇਗਾ। ਇਹ ਸੁਣ ਪ੍ਰਦੀਪ ਨਾ ਕਰਦਾ ਹੋਇਆ ਕਮਰੇ ਚੋਂ ਬਾਹਰ ਚਲਾ ਗਿਆ। ਸੱਚ ਤਾਂ ਇਹ ਸੀ ਕਿ ਮੈਨੂੰ ਵੀ ਔਲਾਦ ਦੀ ਇੱਛਾ ਨਹੀਂ ਸੀ। ਮੈਂ ਤਾਂ ਇਹ ਸਭ ਪ੍ਰਦੀਪ ਨੂੰ ਖੋਣ ਦੇ ਡਰ ਕਰਕੇ ਕਰ ਰਹੀ ਸੀ। ਖੈਰ ਫਿਰ ਕੁਝ ਦਿਨ ਮੇਰੇ ਤੇ ਪ੍ਰਦੀਪ ਵਿਚਕਾਰ ਨਾਰਾਜ਼ਗੀ ਰਹੀ, ਪਰ ਮੈਂ ਉਸਨੂੰ ਰੋ ਰੋ ਕੇ ਦੂਜੇ ਵਿਆਹ ਲਈ ਰਾਜੀ ਕਰ ਲਿਆ ਸੀ। ਫਿਰ ਜਿਸ ਦਿਨ ਸ਼ੀਲਾ ਵਿਆਹ ਕੇ ਸਾਡੇ ਘਰ ਆਈ ਸੀ ਤਾਂ ਸੱਸ ਨੇ ਖੂਬ ਹੰਗਾਮਾ ਕੀਤਾ ਸੀ। ਉਸਨੇ ਪ੍ਰਦੀਪ ਨਾਲ ਵੀ ਲੜਾਈ ਕੀਤੀ ਸੀ। ਘੱਟੋ ਘੱਟ ਦੂਜਾ ਵਿਆਹ ਤਾਂ ਮੇਰੀ ਮਰਜ਼ੀ ਦਾ ਕਰ ਲੈਂਦਾ। ਸੱਸ ਨੂੰ ਇੰਜ ਰੋਲਾ ਪਾਉਂਦੇ ਦੇਖ ਮੈਨੂੰ ਥੋੜਾ ਸਕੂਨ ਮਿਲ ਰਿਹਾ ਸੀ, ਪਰ ਮੈਂ ਵੀ ਸਾਰੀ ਰਾਤ ਅੰਗਾਰਿਆਂ ਤੇ ਬਿਤਾਈ ਸੀ। ਮੈਂ ਸਾਰੀ ਰਾਤ ਰੋਂਦੀ ਰਹੀ। ਜਿਸ ਆਦਮੀ ਦੀਆਂ ਅੱਖਾਂ ਸਿਰਫ ਮੇਰੇ ਲਈ ਪਿਆਰ ਹੁੰਦਾ ਸੀ, ਅੱਜ ਉਹ ਕਿਸੇ ਹੋਰ ਨੂੰ ਦੇਖ ਕੇ ਮੁਸਕਰਾ ਰਿਹਾ ਹੋਵੇਗਾ। ਸਵੇਰ ਹੋਈ ਤਾਂ ਮੈਂ ਆਪਣੇ ਕਮਰੇ ਚੋਂ ਨਿਕਲੀ, ਕਿਉਂਕਿ ਮੈਂ ਪ੍ਰਦੀਪ ਨੂੰ ਮਿਲਣਾ ਚਾਹੁੰਦੀ ਸੀ, ਪਰ ਉਹ ਦਿਨ ਦੇ 11 ਵਜੇ ਤੱਕ ਵੀ ਕਮਰੇ ਚੋਂ ਨਹੀਂ ਨਿਕਲਿਆ ਸੀ। ਮੈਂ ਆਪਣੀ ਸੌਕਣ ਸ਼ੀਲਾ ਤੋਂ ਪੁੱਛਿਆ ਤਾਂ ਆਖਣ ਲੱਗੀ ਕਿ ਪ੍ਰਦੀਪ ਤਾਂ ਸੋ ਰਹੇ ਹਨ। ਮੈਂ ਉਸ ਵੱਲ ਘੂਰ ਕੇ ਦੇਖਿਆ ਤੇ ਬੋਲੀ ਕਿ ਤੂੰ ਉਸ ਜਗਾਇਆ ਕਿਉਂ ਨਹੀਂ। ਸ਼ੀਲਾ ਰੋਣ ਲੱਗੀ ਸੀ ਤੇ ਬੋਲੀ ਕਿ ਪ੍ਰਦੀਪ ਨੇ ਮੈਨੂੰ ਕਿਹਾ ਹੈ ਕਿ ਉਹਨਾਂ ਨੇ ਇਹ ਵਿਆਹ ਸਿਰਫ ਤੁਹਾਡੀ ਰਜ਼ਾਮੰਦੀ ਕਰਕੇ ਕੀਤਾ ਹੈ। ਹੁਣ ਮੈਂ ਕਿਸ ਤਰ੍ਹਾਂ ਉਹਨਾਂ ਤੇ ਆਪਣਾ ਹੱਕ ਜਤਾਵਾਂ, ਨਹੀਂ ਤਾਂ ਉਹ ਮੈਨੂੰ ਤਲਾਕ ਦੇ ਦੇਣਗੇ ਤੇ ਘਰੋਂ ਕੱਢ ਦੇਣਗੇ। ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ। ਮੈਂ ਉਹਨਾਂ ਨੂੰ ਜਗਾਉਣ ਦੀ ਹਿੰਮਤ ਨਹੀਂ ਕਰ ਸਕਦੀ। ਜੇਕਰ ਉਹਨਾਂ ਨੇ ਮੈਨੂੰ ਆਪਣੇ ਘਰੋਂ ਕੱਢ ਦਿੱਤਾ ਤਾਂ ਮੈਂ ਕਿੱਥੇ ਜਾਵਾਂਗੀ। ਚਾਚਾ ਦੇ ਘਰ ਜਾਣ ਦਾ ਸੋਚ ਵੀ ਨਹੀਂ ਸਕਦੀ। ਮੈਂ ਦਿਲ ਹੀ ਦਿਲ ਰਾਧਾ ਆਂਟੀ ਨੂੰ ਦੁਆਵਾਂ ਦੇ ਦਿੱਤੀਆਂ ਸਨ। ਉਸਨੇ ਸੱਚਮੁੱਚ ਬਹੁਤ ਹੀ ਮਜਬੂਰ ਲੜਕੀ ਲੱਭ ਕੇ ਦਿੱਤੀ ਸੀ, ਪਰ ਮੈਂ ਸੋਚਿਆ ਕਿ ਪ੍ਰਦੀਪ ਮੇਰੇ ਨਾਲ ਨਾਰਾਜ਼ ਹੋਣਗੇ। ਜਦੋਂ ਮੂਡ ਠੀਕ ਹੋ ਜਾਵੇਗਾ ਤਾਂ ਖੁਦ ਕਮਰੇ ਚੋਂ ਬਾਹਰ ਆ ਜਾਣਗੇ। ਇਹ ਮੇਰਾ ਬੇਕਾਰ ਦਾ ਖਿਆਲ ਸੀ। ਪ੍ਰਦੀਪ ਦੇ ਵਿਆਹ ਨੂੰ 5 ਦਿਨ ਹੋ ਚੁੱਕੇ ਸਨ, ਪਰ ਉਹ ਅਜੇ ਤੱਕ ਕਮਰੇ ਚੋਂ ਬਾਹਰ ਨਹੀਂ ਨਿਕਲਿਆ ਸੀ। ਮੈਨੂੰ ਹੁਣ ਅਜੀਬ ਜਿਹੇ ਖਿਆਲਾਂ ਨੇ ਸਤਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਲਈ ਜਦੋਂ ਸ਼ੀਲਾ ਰਸੋਈ 'ਚ ਰੁੱਝੀ ਹੋਈ ਸੀ ਤਾਂ ਮੈਂ ਉਸਦੇ ਕਮਰੇ 'ਚ ਚਲੀ ਗਈ। ਪ੍ਰਦੀਪ ਆਪਣੇ ਮੋਬਾਈਲ ਤੇ ਬਿਜ਼ੀ ਸੀ। ਪੈਰ ਚਾਲ ਸੁਣ ਬੋਲਿਆ, ਆ ਗਈ ਮੇਰੀ ਪਿਆਰੀ ਸ਼ੀਲਾ। ਇਹ ਸ਼ਬਦ ਹਥੌੜੇ ਵਾਂਗ ਮੇਰੇ ਕੰਨਾਂ ਤੇ ਵੱਜ ਰਹੇ ਸਨ। ਮੈਂ ਵਾਪਸ ਪਲਟੀ ਕਿ ਸਿਰਫ 5 ਦਿਨਾਂ 'ਚ ਹੀ ਸ਼ੀਲਾ ਪ੍ਰਦੀਪ ਲਈ ਪਿਆਰੀ ਹੋ ਗਈ। ਮੇਰੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ। ਮੇਰਾ ਦਿਲ ਬਹੁਤ ਹੀ ਜ਼ੋਰ ਨਾਲ ਧੜਕ ਰਿਹਾ ਸੀ। ਇਸ ਲਈ ਸੱਸ ਦੇ ਕਮਰੇ ਵੱਲ ਵਧੀ। ਮੈਨੂੰ ਪਤਾ ਲੱਗਿਆ ਕਿ ਮੇਰੀ ਤਾਂ ਨਨਾਣ ਵੀ ਆਈ ਹੋਈ ਹੈ। ਮੇਰੀ ਸੱਸ ਆਪਣੀ ਧੀ ਨੂੰ ਆਖ ਰਹੀ ਸੀ ਕਿ ਤੂੰ ਫਿਰ ਮੇਰੀ ਖੇਡ ਨੂੰ ਮੰਨਦੀ ਹੈ ਨਾ। ਮੈਂ ਕਿਹੋ ਜਿਹੀ ਚਾਲ ਚੱਲੀ ਕਿ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ। ਸੀਮਾ ਵਿਚਾਰੀ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਉਸਨੇ ਆਪਣੇ ਪਤੀ ਦਾ ਦੂਜਾ ਵਿਆਹ ਜਿਸ ਲੜਕੀ ਨਾਲ ਕੀਤਾ ਹੈ ਉਹ ਮੇਰੀ ਪਸੰਦ ਦੀ ਸੀ, ਤੇ ਫਿਰ ਪ੍ਰਦੀਪ ਵੀ ਪਹਿਲੇ ਦਿਨ ਤੋਂ ਹੀ ਉਸ ਤੇ ਫਿਦਾ ਹੋ ਗਿਆ ਸੀ। ਇਹ ਸਭ ਤਾਂ ਰਾਧਾ ਦੀ ਮਦਦ ਨਾਲ ਹੋਇਆ ਸੀ। ਸੀਮਾ ਨੂੰ ਤਾਂ ਪਤਾ ਵੀ ਨਹੀਂ ਕਿ ਉਹ ਕਿਸ ਨੂੰ ਵਿਆਹ ਕੇ ਲਿਆਈ ਹੈ। ਇਹ ਸਭ ਸੁਣ ਕੇ ਮੈਂ ਕੰਬਣ ਲੱਗੀ ਸੀ। ਮੇਰੀ ਸੱਸ ਬੋਲੀ, ਮੈਂ ਸੀਮਾ ਨੂੰ ਖਾਣੇ 'ਚ ਬਾਝਪਨ ਦੀਆਂ ਇੰਨੀਆਂ ਗੋਲੀਆਂ ਖਵਾਈਆਂ ਕਿ ਉਹ ਸੱਚਮੁੱਚ ਬਾਝ ਹੋ ਗਈ। ਇਹ ਸ਼ਬਦ ਸੁਣਦੇ ਹੀ ਮੈਂ ਤਾਂ ਜਿਵੇਂ ਪੱਥਰ ਬਣ ਗਈ ਸੀ। ਮੈਂ ਜਲਦੀ ਦੇਣੇ ਆਪਣੇ ਪਤੀ ਦੇ ਕਮਰੇ ਵੱਲ ਵਧੀ ਤਾਂ ਕਿ ਉਹਨਾਂ ਨੂੰ ਕਹਾਂ ਕਿ ਆਪਣੀ ਮਾਂ ਤੇ ਭੈਣ ਦੀਆਂ ਗੱਲਾਂ ਸੁਣ ਲਓ।
इन्हां दोवां ने मेरे ते किन्ना जुल्म किता। पर शायद अज दी रात पर्दे हटन दी रात सी। ਜਦੋਂ ਮੈਂ ਪ੍ਰਦੀਪ ਦੇ ਕਮਰੇ ਵੱਲ ਗਈ ਤਾਂ ਸ਼ੀਲਾ ਨੂੰ ਆਖ ਰਿਹਾ ਸੀ ਕਿ ਮੈਂ ਜਜ਼ਬਾਤ 'ਚ ਆ ਕੇ ਬਹੁਤ ਗਲਤ ਫੈਸਲਾ ਕਰ ਲਿਆ ਸੀ ਜੋ ਮੈਂ ਸੀਮਾ ਨੂੰ ਭਜਾ ਕੇ ਲਿਆਇਆ ਸੀ। ਵਿਆਹ ਦੇ ਕੁਝ ਸਾਲਾਂ ਬਾਅਦ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਿਆ ਸੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸੀਮਾ ਦੇ ਭਰਾਵਾਂ ਨੂੰ ਪਤਾ ਸੀ ਕਿ ਉਹ ਮੇਰੇ ਨਾਲ ਆਈ ਹੈ, ਇਸ ਲਈ ਉਹ ਮੈਨੂੰ ਰੋਜ਼ਾਨਾ ਫੋਨ ਕਰਕੇ ਧਮਕੀਆਂ ਦਿੰਦੇ ਕਿ ਜੇਕਰ ਤੂੰ ਸਾਡੀ ਭੈਣ ਦਾ ਖਿਆਲ ਨਾ ਰੱਖਿਆ ਤਾਂ ਤੇਰਾ ਅੰਜਾਮ ਬਹੁਤ ਬੁਰਾ ਹੋਵੇਗਾ। ਮੈਂ ਚੌਧਰੀਆਂ 'ਚ ਰਹਿ ਕੇ ਆਇਆ ਸੀ, ਮੈਨੂੰ ਪਤਾ ਸੀ ਕਿ ਉਹ ਲੋਕ ਕਿੰਨੇ ਖਤਰਨਾਕ ਹੁੰਦੇ ਹਨ, ਇਸ ਲਈ ਮੈਂ ਸੀਮਾ ਨੂੰ ਛੱਡਣ ਦੀ ਸੋਚ ਵੀ ਨਹੀਂ ਸਕਦਾ ਸੀ। ਹੁਣ ਮਾਂ ਨੇ ਮੈਨੂੰ ਆਪਣੇ ਪਲਾਨ 'ਚ ਸ਼ਾਮਿਲ ਕਰ ਲਿਆ। ਇੰਜ ਅਸੀਂ ਮਿਲ ਕੇ ਤੈਨੂੰ ਪਸੰਦ ਕੀਤਾ ਤੇ ਰਾਧਾ ਆਂਟੀ ਰਾਹੀਂ ਸੀਮਾ ਨੂੰ ਬੇਵਕੂਫ ਬਣਾਇਆ। ਹਾਏ, ਮੈਂ ਇਹ ਕੀ ਸੁਣ ਰਹੀ ਸੀ? ਇਹ ਉਹ ਪ੍ਰਦੀਪ ਸੀ ਜਿਸ ਕਰਕੇ ਮੈਂ ਖੁਦ ਨੂੰ ਦਾਅ 'ਤੇ ਲਾ ਦਿੱਤਾ। ਮੈਂ ਦੱਬੇ ਪੈਰੀ ਪ੍ਰਦੀਪ ਦੇ ਕਮਰੇ 'ਚੋਂ ਚਲੀ ਗਈ ਸੀ। ਉਹ ਮੈਨੂੰ ਰੂਬਰੂ ਦੇਖ ਕੇ ਸੁੰਨ ਹੋ ਗਿਆ ਸੀ। ਉਸਨੂੰ ਉਮੀਦ ਨਹੀਂ ਸੀ ਕਿ ਮੈਂ ਉਸਦਾ ਰਾਜ਼ ਜਾਣ ਚੁੱਕੀ ਹਾਂ। ਮੈਂ ਬੋਲੀ ਕਿ ਪ੍ਰਦੀਪ, ਜੇਕਰ ਛੱਡਣਾ ਸੀ ਤਾਂ ਉਂਝ ਹੀ ਛੱਡ ਦਿੰਦਾ। ਕਿ ਮੈਨੂੰ ਬਾਂਝ ਬਣਾਉਣਾ ਜ਼ਰੂਰੀ ਸੀ? ਕਿਸੇ ਇਨਸਾਨ ਤੋਂ ਭਗਵਾਨ ਦੀਆਂ ਦਿੱਤੀਆਂ ਚੀਜ਼ਾਂ ਖੋਹ ਲੈਣਾ ਉਸ ਦਾ ਕਤਲ ਕਰਨ ਦੇ ਬਰਾਬਰ ਹੈ। ਇੰਨਾ ਆਖ ਕੇ ਮੈਂ ਉਸਦੇ ਕਮਰੇ 'ਚੋਂ ਬਾਹਰ ਆ ਗਈ। ਉਹ ਮੇਰੇ ਪਿੱਛੇ ਪਿੱਛੇ ਆਇਆ ਸੀ। ਕਮਰੇ ਦਾ ਦਰਵਾਜ਼ਾ ਖੜਕਾਉਂਦਾ ਰਹਿ ਗਿਆ, ਪਰ ਮੈਂ ਨਹੀਂ ਖੋਲ੍ਹਿਆ। ਜਦੋਂ ਉਹ ਨਿਰਾਸ਼ ਹੋ ਕੇ ਵਾਪਸ ਚਲਾ ਗਿਆ ਤਾਂ ਉਸ ਰਾਤ ਮੈਂ ਪ੍ਰਦੀਪ ਦੇ ਘਰ ਵਾਲਿਆਂ ਤੋਂ ਤੇ ਉਸ ਦੀ ਜ਼ਿੰਦਗੀ ਤੋਂ ਹਮੇਸ਼ਾ ਲਈ ਨਿਕਲ ਆਈ ਸੀ। ਮੈਂ ਹੁਣ ਇੱਕ ਅਨਾਥ ਆਸ਼ਰਮ 'ਚ ਰਹਿੰਦੀ ਹਾਂ। ਮੈਂ ਪ੍ਰਦੀਪ ਤੋਂ ਤਲਾਕ ਨਹੀਂ ਲਿਆ ਸੀ ਕਿਉਂਕਿ ਹੁਣ ਮੈਨੂੰ ਕਿਸੇ ਵੀ ਮਰਦ 'ਤੇ ਵਿਸ਼ਵਾਸ ਨਹੀਂ ਸੀ। ਤਾਂ ਫਿਰ ਤਲਾਕ ਦਾ ਕੀ ਫਾਇਦਾ? ਮੈਂ ਆਪਣੀ ਮਾਂ ਨਾਲ ਫੋਨ 'ਤੇ ਗੱਲ ਕਰ ਲੈਂਦੀ ਹਾਂ ਤੇ ਉਹ ਮੈਨੂੰ ਮਿਲਣ ਵੀ ਆਈ ਸੀ। ਮੈਂ ਆਪਣੀ ਜ਼ਿੰਦਗੀ ਅਨਾਥ ਆਸ਼ਰਮ ਦੇ ਨਾਂ ਕਰ ਦਿੱਤੀ ਸੀ। ਬਾਕੀ ਤੁਸੀਂ ਦੱਸੋ ਕਿ ਜੇਕਰ ਮੇਰੀ ਥਾਂ ਤੁਸੀਂ ਹੁੰਦੇ ਤਾਂ ਕੀ ਕਰਦੇ? ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ NK ਪੰਜਾਬੀ ਕਹਾਣੀਆਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।